हेलो व्यूअर्स। कम्युनिकेशन स्किल्स ਦੀ ਸੀਰੀਜ਼ ਦੀ ਨੈਕਸਟ ਵੀਡੀਓ ਹੈ ਬੈਰੀਅਰਸ ਟੂ ਕਮਿਊਨੀਕੇਸ਼ਨ ਔਰ ਬੈਰੀਅਰਸ ਆਫ ਕਮਿਊਨੀਕੇਸ਼ਨਸ। ਸਭ ਤੋਂ ਪਹਿਲਾਂ ਅਸੀਂ ਮੀਨਿੰਗ ਸਮਝਾਂਗੇ ਕਿ ਬੈਰੀਅਰ ਕੀ ਹੁੰਦਾ ਹੈ। ਬੈਰੀਅਰ ਮਤਲਬ ਰੁਕਾਵਟਾਂ। ਕਿਸ ਚੀਜ਼ ਦੀ ਰੁਕਾਵਟ ਆ ਸਕਦੀ ਹੈ ਜਦੋਂ ਸੈਂਡਰ ਰਿਸੀਵਰ ਨੂੰ ਮੈਸੇਜ ਭੇਜਦਾ ਹੈ। ਜਦੋਂ ਸੈਂਡਰ ਰਿਸੀਵਰ ਨੂੰ ਮੈਸੇਜ ਭੇਜਦਾ ਹੈ ਤਾਂ ਕੀ ਰੁਕਾਵਟਾਂ ਆ ਸਕਦੀਆਂ ਹਨ। ਹੁਣ ਇਹਨਾਂ ਰੁਕਾਵਟਾਂ ਦੀਆਂ ਅਲੱਗ-ਅਲੱਗ ਟਾਈਪਸ ਹੈ, ਕਿਸਮ ਹੈ, ਅਤੇ ਮੈਂ ਉਹਨਾਂ ਨੂੰ ਇੱਕ ਬਰੋਡ ਕੈਟਾਗਰੀ ਦੇ ਅੰਡਰ ਫਿਕਸ ਕਰ ਦਿੱਤਾ ਹੈ। ਤਾਂ ਉਸ ਇੱਕ ਪਾਰਟੀਕੂਲਰ ਕੈਟਾਗਰੀ ਦੇ ਅੰਡਰ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ, ਉਹ ਅਸੀਂ ਸਟੱਡੀ ਕਰਾਂਗੇ। ਇਸ ਤੋਂ ਪਹਿਲਾਂ ਤੁਸੀਂ ਇੱਕ ਫਲੋ ਚਾਰਟ ਦੇਖ ਸਕਦੇ ਹੋ ਜੋ ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਕਰ ਦੇਗਾ। ਯੈਸ, ਬੈਰੀਅਰਸ ਆਫ ਕਮਿਊਨੀਕੇਸ਼ਨ ਇੱਕ ਫਲੋ ਚਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਇਸ ਤੋਂ ਵੀ ਵਧੀਆ ਬਣਾਉਣਾ ਹੈ, ਤੁਸੀਂ ਜ਼ਿਆਦਾ ਕ੍ਰੀਏਟਿਵ ਹੋ ਤਾਂ ਬਹੁਤ ਅੱਛੇ ਤਰੀਕੇ ਨਾਲ ਬਣਾਉਣਾ ਹੈ। ਫਿਜ਼ੀਕਲ ਬੈਰੀਅਰਸ, ਲੈਂਗੁਏਜ ਬੈਰੀਅਰਸ, ਸਾਈਕੋਲੋਜੀਕਲ ਬੈਰੀਅਰ, ਬੈਕਗਰਾਊਂਡ ਵੇਰੀਏਬਲਸ ਜੋ ਹੈ, ਫਿਜ਼ੀਓਲੋਜੀਕਲ ਬੈਰੀਅਰ, ਦੈਨ ਪਰਸਨਲ ਬੈਰੀਅਰਸ। ਤਾਂ ਅਸੀਂ ਇਹਨੂੰ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ। ਯੈਸ, ਫਸਟ ਬੈਰੀਅਰ ਹੈ ਫਿਜ਼ੀਕਲ ਬੈਰੀਅਰ। ਫਿਜ਼ੀਕਲ ਬੈਰੀਅਰ ਕੀ ਹੁੰਦਾ ਹੈ ਬੱਚੇ? ਫਿਜ਼ੀਕਲ ਬੈਰੀਅਰ ਮੀਨਸ ਇਨਵਾਇਰਮੈਂਟਲ ਬੈਰੀਅਰ। ਇਟ ਇਨਕਲੂਡਸ ਨੋਇਸ, ਮਤਲਬ ਕੋਈ ਆਵਾਜ਼ ਆ ਰਹੀ ਹੈ, ਇਨਵਿਜ਼ਿਬਿਲਿਟੀ, ਦਿਖ ਨਹੀਂ ਰਿਹਾ, ਇਨਵਾਇਰਮੈਂਟਲ ਕੋਈ ਪ੍ਰੋਬਲਮ ਹੈ। ਮੰਨ ਲਓ ਗਰਮੀ ਹੈ, ਅਸੀਂ ਕਲਾਸ ਦੇ ਵਿੱਚ ਬੈਠੇ ਹਾਂ, ਪੱਖੇ ਨਹੀਂ ਚੱਲ ਰਹੇ, ਕੀ ਤੁਸੀਂ ਚੰਗੀ ਤਰ੍ਹਾਂ ਟੀਚਰ ਦਾ ਮੈਸੇਜ ਰਿਸੀਵ ਕਰੋਗੇ? ਬਿਲਕੁਲ ਵੀ ਨਹੀਂ ਕਰੋਗੇ। ਫਿਜ਼ੀਕਲ ਡਿਸਕੰਫਰਟ, ਤੁਸੀਂ ਬੈਂਚਿਸ 'ਤੇ ਬੈਠੇ ਹੋ ਤਾਂ ਬੈਂਚ ਸਹੀ ਨਹੀਂ ਹੈ, ਉੱਚਾ ਨੀਵਾਂ ਹੈ, ਜਾਂ ਸਹੀ ਬੈਠਣ ਲਈ ਜਗ੍ਹਾ ਨਹੀਂ ਹੈ, ਜਾਂ ਖੜ੍ਹ ਕੇ ਕਲਾਸ ਲਗਾ ਰਹੇ ਹੋ, ਕੀ ਤੁਹਾਨੂੰ ਮੈਸੇਜ ਪ੍ਰੋਪਰ ਰਿਸੀਵ ਹੋਏਗਾ? ਨਹੀਂ। ਤੁਹਾਡਾ ਆਪਣੀ ਜੋ ਕੰਫਰਟ ਵਾਲੀ ਹੀ ਧਿਆਨ ਰਹੇਗਾ। ਤਾਂ ਤੁਹਾਡੀ ਇਲ ਹੈਲਥ, ਤੁਸੀਂ ਠੀਕ ਨਹੀਂ ਹੋ, ਇਹ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਫਿਜ਼ੀਕਲ ਬੈਰੀਅਰ ਦੇ ਵਿੱਚ। ਫਿਜ਼ੀਕਲ ਬੈਰੀਅਰਸ ਦੇ ਵਿੱਚ ਸਭ ਕੁਝ, ਜੋ ਤੁਹਾਡੀ ਸੀਟਿੰਗ ਅਰੇਂਜਮੈਂਟ ਜਾਂ ਫੈਸਿਲਿਟੀਜ਼, ਫੋਰ ਐਗਜ਼ਾਮਪਲ ਕਮਰੇ ਦੇ ਵਿੱਚ ਲਾਈਟ ਨਹੀਂ ਹੈ, ਹਨੇਰਾ ਹੈ, ਫੈਨਸ ਨਹੀਂ ਚੱਲ ਰਹੇ, ਗਰਮੀ ਬਹੁਤ ਹੈ, ਇਹ ਸਾਰੀਆਂ ਚੀਜ਼ਾਂ ਕੀ ਹੈ? ਫਿਜ਼ੀਕਲ ਬੈਰੀਅਰਸ। ਬਲੈਕ ਬੋਰਡ 'ਤੇ ਟੀਚਰ ਲਿਖ ਰਿਹਾ, ਬਲੈਕ ਬੋਰਡ ਬਹੁਤ ਡਲ ਹੈ, ਸਮਝ ਨਹੀਂ ਆ ਰਿਹਾ, ਤਾਂ ਉਹ ਚੀਜ਼ਾਂ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਰੁਕਾਵਟ ਹਨ। ਨੈਕਸਟ ਵਨ, ਲੈਂਗੁਏਜ ਬੈਰੀਅਰ ਔਰ ਸਿਮੈਂਟਿਕ ਬੈਰੀਅਰ ਵੀ ਕਹਿੰਦੇ ਆ ਇਹਨੂੰ। ਸਿਮੈਂਟਿਕ ਮਤਲਬ ਸਾਇੰਸ ਆਫ ਮੀਨਿੰਗ। ਅਸੀਂ ਲੈਂਗੁਏਜ ਬੈਰੀਅਰ, ਮੈਂ ਕੁਝ ਲਿਖਿਆ, ਮੈਂ ਬੈਰੀਅਰ ਵਰਡ ਲਿਖਿਆ, ਤੁਹਾਨੂੰ ਬੈਰੀਅਰ ਦਾ ਮਤਲਬ ਹੀ ਨਹੀਂ ਪਤਾ, ਠੀਕ ਹੈ। ਮੈਂ ਬੈਰੀਅਰ ਹੀ ਕਰੀ ਜਾਊਂਗੀ, ਕੁਝ ਇਹਦਾ ਮੀਨਿੰਗ ਨਹੀਂ ਦੱਸੂੰਗੀ, ਤਾਂ ਯੂ ਵਿਲ ਨਾਟ ਕਮ ਟੂ ਨੋ ਕਿ ਵਾਟ ਇਜ਼ ਦਾ ਮੀਨਿੰਗ ਆਫ ਬੈਰੀਅਰ। ਹੁੰਦਾ ਕੀ ਹੈ ਇਹ, ਮੈਮ ਕੀ ਸਮਝਾਉਣਾ ਚਾਹ ਰਹੇ ਹੈ। ਤਾਂ ਜਿੰਨੇ ਤੀਕਰ ਤੁਹਾਨੂੰ ਮੀਨਿੰਗ ਕਲੀਅਰ ਨਹੀਂ ਹੈ ਕਿਸੇ ਵੀ ਟਰਮ ਦਾ, ਯੂ ਵਿਲ ਨਾਟ ਬੀ ਏਬਲ ਟੂ ਅੰਡਰਸਟੈਂਡ, ਤੁਸੀਂ ਨਹੀਂ ਸਮਝ ਪਾਓਗੇ। ਤਾਂ ਇਸ ਲਈ ਜੋ ਸਿਮੈਂਟਿਕ ਬੈਰੀਅਰ ਹੈ, ਇਹਦੇ ਵਿੱਚ ਕੀ ਕਵਰ ਹੋਏਗਾ? ਅਨਕਲੀਅਰ ਲੈਂਗੁਏਜ, ਮਤਲਬ ਲੈਂਗੁਏਜ ਹੀ ਕਲੀਅਰ ਨਹੀਂ ਹੈ, ਸਿੰਬਲ ਕਲੀਅਰ ਨਹੀਂ ਹੈ, ਜੋ ਤੁਸੀਂ ਭੇਜ ਰਹੇ ਹੋ ਉਹਦਾ ਮੀਨਿੰਗ ਕਲੀਅਰ ਨਹੀਂ ਹੈ। ਕਲਚਰਲ ਬੈਰੀਅਰ ਹੈ, ਮੀਨਸ ਕਲਚਰਲ ਬੈਰੀਅਰ ਕੀ ਹੁੰਦੇ ਹੈ ਕਿ ਇੱਕ ਕਲਚਰ ਦੇ ਵਿੱਚ ਲੋਕ ਰਹਿੰਦੇ ਆ, ਉਹਨਾਂ ਦੀ ਲੈਂਗੁਏਜ ਉੱਦਾਂ ਦੀ ਹੈ, ਉਹਨਾਂ ਦੀ ਗੱਲ ਕਰਨ ਦਾ ਤਰੀਕਾ ਉਸ ਤਰੀਕੇ ਦਾ ਹੈ, ਪਰ ਦੂਸਰੇ ਕਲਚਰ ਦੇ ਲੋਕ ਉਹਨੂੰ ਨਹੀਂ ਸਮਝ ਸਕਦੇ। ਫੋਰ ਐਗਜ਼ਾਮਪਲ ਅਸੀਂ ਪੰਜਾਬ ਦੇ ਲੋਕ ਹਾਂ, ਜੇ ਅਸੀਂ ਚਲੇ ਜਾਈਏ ਸਾਊਥ ਦੇ ਵਿੱਚ, ਉਹਨਾਂ ਦਾ ਕਲਚਰ ਬਿਲਕੁਲ ਡਿਫਰੈਂਟ ਹੈ, ਠੀਕ ਹੈ। ਵੈਸਟ ਦੇ ਵਿੱਚ ਤਾਂ ਉਹਨਾਂ ਦਾ ਕਲਚਰ ਬਿਲਕੁਲ ਡਿਫਰੈਂਟ ਹੈ, ਤਾਂ ਇੱਕ ਦੂਸਰੇ ਨੂੰ ਸਮਝਣਾ ਈਜ਼ੀ ਨਹੀਂ ਹੈ। ਜਾਂ ਅਸੀਂ ਆਊਟ ਆਫ ਕੰਟਰੀ ਚਲੇ ਜਾਈਏ ਤਾਂ ਕਮਿਊਨੀਕੇਸ਼ਨ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ। ਸਾਡੀ ਲੈਂਗੁਏਜ ਡਿਫਰੈਂਟ ਹੈ, ਸਾਡਾ ਗੱਲ ਕਰਨ ਦਾ ਤਰੀਕਾ ਡਿਫਰੈਂਟ ਹੈ, ਗੱਲ ਨੂੰ ਪਰਸੀਵ ਕਰਨ ਦਾ ਤਰੀਕਾ ਡਿਫਰੈਂਟ ਹੈ। ਦਿਸ ਇਜ਼ ਕਾਲਡ ਲੈਂਗੁਏਜ ਬੈਰੀਅਰ। ਤਾਂ ਫਾਲਟੀ ਟਰਾਂਸਲੇਸ਼ਨ ਐਂਡ ਸਪੈਸ਼ਲਿਸਟ ਲੈਂਗੁਏਜ, ਦਿਸ ਇਜ਼ ਵੈਰੀ ਇੰਪੋਰਟੈਂਟ। ਸਪੈਸ਼ਲਿਸਟ ਲੈਂਗੁਏਜ ਕੀ ਹੈ? ਇਹ ਬਹੁਤ ਇੰਪੋਰਟੈਂਟ ਹੈ, ਅਸੀਂ ਰੋਜ਼ਾਨਾ ਇਹ ਚੀਜ਼ ਨੂੰ ਫੇਸ ਕਰਦੇ ਹਾਂ। ਫੋਰ ਐਗਜ਼ਾਮਪਲ ਤੁਸੀਂ ਡਾਕਟਰ ਕੋਲ ਚਲੇ ਗਏ, ਡਾਕਟਰ ਨੇ ਮੈਡੀਸਨ ਲਿਖ ਕੇ ਦੇ ਦਿੱਤੀ, ਤਾਂ ਬਹੁਤ ਵਾਰੀ ਅਸੀਂ ਡਾਕਟਰ ਦੀ ਮੈਡੀਸਨ, ਲਿਖੀ ਹੋਈ ਮੈਡੀਸਨ ਨੂੰ ਸਮਝ ਹੀ ਨਹੀਂ ਪਾਉਂਦੇ, ਬਿਕੋਜ਼ ਜੋ ਉਹਨਾਂ ਨੇ ਲੈਂਗੁਏਜ ਲਿਖੀ ਹੈ ਦੈਟ ਇਜ਼ ਸਪੈਸ਼ਲ ਲੈਂਗੁਏਜ ਵਿਚ ਵੀ ਆਰ ਅਨੇਬਲ ਟੂ ਅੰਡਰਸਟੈਂਡ। ਬਟ ਜੇ ਉਹੀ ਲੈਂਗੁਏਜ ਉਹਨੇ ਬਹੁਤ ਕਲੀਅਰ ਲਿਖੀ ਹੈ, ਠੀਕ ਹੈ, ਅਸੀਂ ਉਹ ਮੈਡੀਸਨ ਨੂੰ ਸਮਝ ਪਾਉਂਦੇ ਹਾਂ।
ਤਾਂ ਇਸ ਤਰੀਕੇ ਨਾਲ ਅਸੀਂ ਜੋ ਲੈਂਗੁਏਜ ਬੈਰੀਅਰ ਵੀ ਬਹੁਤ ਅਫੈਕਟ ਕਰਦਾ ਹੈ ਦੋ ਜਣਿਆਂ ਦੀ ਇਫੈਕਟਿਵ ਕਮਿਊਨੀਕੇਸ਼ਨ ਦੇ ਵਿੱਚ। ਤਾਂ ਕਈ ਜੋ ਪ੍ਰੋਫੈਸ਼ਨ ਹੈਗੇ ਹੈ ਜੋ ਜਦੋਂ ਸਾਨੂੰ ਕਲੀਅਰ ਕੱਟ ਭਾਸ਼ਾ ਦੇ ਵਿੱਚ ਆਪਣੀ ਗੱਲ ਸਮਝਾਉਂਦੇ ਆ ਤਾਂ ਹੀ ਅਸੀਂ ਸਮਝ ਪਾਉਂਦੇ ਹਾਂ, ਤਾਂ ਉਹਨਾਂ ਦੀ ਜੋ ਪ੍ਰੋਫੈਸ਼ਨਲ ਲੈਂਗੁਏਜ ਹੈ ਉਹਨੂੰ ਸਾਨੂੰ ਸਮਝ ਹਰ ਇਨਸਾਨ ਨੂੰ ਹਰੇਕ ਇਨਸਾਨ ਦੀ ਸਮਝ ਦੇ ਵਿੱਚ ਨਹੀਂ ਹੋ ਸਕਦੀ। ਨੈਕਸਟ ਸਾਈਕੋਲੋਜੀਕਲ ਬੈਰੀਅਰ, ਇਮੋਸ਼ਨਲ ਬੈਰੀਅਰ, ਪਰਸੈਪਚੁਅਲ ਬੈਰੀਅਰ। ਹੁਣ ਸਾਈਕੋਲੋਜੀਕਲ ਕੀ ਹੈ? ਸਾਈਕੋਲੋਜੀ ਇਜ਼ ਮਨੋਵਿਗਿਆਨ, ਤੁਹਾਡੇ ਮਨ ਦੀ ਸਥਿਤੀ। ਵਿਗਿਆਨ ਤੁਹਾਡੇ ਮਨ ਦੀ ਸਥਿਤੀ। ਇਮੋਸ਼ਨ ਤੁਹਾਡੀਆਂ ਭਾਵਨਾਵਾਂ। ਪਰਸੈਪਚੁਅਲ ਤੁਸੀਂ ਕਿਵੇਂ ਚੀਜ਼ਾਂ ਨੂੰ ਪਰਸੀਵ ਕਰਦੇ ਹੋ, ਲੈਂਦੇ ਹੋ। ਤਾਂ ਸਾਈਕੋਲੋਜੀਕਲ ਬੈਰੀਅਰਸ ਜੋ ਹੈ ਇਨਕਲੂਡ ਇਨ ਅਟੈਂਸ਼ਨ, ਮਤਲਬ ਤੁਸੀਂ ਠੀਕ ਨਹੀਂ, ਤੁਹਾਡੀ ਤਬੀਅਤ ਠੀਕ ਨਹੀਂ ਹੈ, ਜਾਂ ਘਰੋਂ ਮੂਡ ਹੀ ਖਰਾਬ ਆਇਆ, ਜਾਂ ਕਿਸੇ ਫਰੈਂਡ ਨਾਲ ਲੜਾਈ ਹੋ ਗਈ ਹੈ, ਕੀ ਤੁਸੀਂ ਟੀਚਰ ਦਾ ਲੈਕਚਰ ਸੁਣੋਗੇ? ਨਹੀਂ ਸੁਣੋਗੇ। ਪੂਅਰ ਰਿਟੈਂਸ਼ਨ, ਤੁਸੀਂ ਗੱਲ ਨੂੰ ਸਮਝ ਹੀ ਨਹੀਂ ਪਾਉਂਦੇ, ਤੁਸੀਂ ਇੱਕ ਵਾਰੀ ਸੁਣ ਲੈਂਦੇ ਹੋ ਪਰ ਤੁਹਾਡੇ ਦਿਮਾਗ 'ਚ ਨਹੀਂ ਰਹਿੰਦਾ। ਫੋਰ ਐਗਜ਼ਾਮਪਲ ਜੇ ਮੈਂ ਕਹਾਂ ਮੈਨੂੰ ਇੱਕ ਗਾਣਾ ਜਿੰਨੇ ਵਾਰੀ ਮਰਜ਼ੀ ਸੁਣਾ ਲਓ ਮੈਂ ਨਹੀਂ ਯਾਦ ਰੱਖ ਸਕਦੀ। ਇਟਸ ਮਾਈ ਕੁਆਲਿਟੀ। ਮੈਨੂੰ ਕੋਈ ਚੈਪਟਰ ਇੱਕ ਵਾਰੀ ਸੁਣਾ ਦਿਓ ਮੈਨੂੰ ਯਾਦ ਰਹਿ ਜਾਂਦਾ। ਮੀਨਸ ਇਸੇ ਤਰੀਕੇ ਤੁਹਾਡੇ ਨਾਲ ਹੈ। ਹੋ ਸਕਦਾ ਉਲਟਾ ਹੋਵੇ ਕਿ ਗਾਣੇ ਤੁਹਾਨੂੰ ਯਾਦ ਰਹਿ ਜਾਣ ਪਰ ਚੈਪਟਰ ਯਾਦ ਨਹੀਂ ਰਵੇ, ਤੁਹਾਨੂੰ ਬਾਰ-ਬਾਰ ਸੁਣਨਾ ਪਵੇ। ਤਾਂ ਉਹ ਵੀ ਇੱਕ ਬੈਰੀਅਰ ਹੈ ਕਿ ਤੁਸੀਂ ਉਸ ਚੀਜ਼ ਨੂੰ ਰਿਟੇਨ ਹੀ ਨਹੀਂ ਕਰ ਸਕਦੇ। ਤੁਹਾਡੀ ਰਿਟੈਂਸ਼ਨ ਮਤਲਬ ਕਿਸੇ ਗੱਲ ਨੂੰ ਯਾਦ ਰੱਖਣ ਦਾ, ਦਿਮਾਗ ਦੇ ਵਿੱਚ ਰੱਖਣ ਦਾ ਤੁਹਾਡੀ ਕਿੰਨੀ ਕਪੈਸਿਟੀ ਹੈ, ਕਿੰਨੀ ਦੇਰ ਤੱਕ ਤੁਸੀਂ ਯਾਦ ਰੱਖ ਸਕਦੇ ਹੋ। ਦੈਨ ਡਿਸਟਰਸ ਔਨ ਸੈਂਡਰ। ਫੋਰ ਐਗਜ਼ਾਮਪਲ ਤੁਹਾਡਾ ਟਰਸਟ ਹੀ ਨਹੀਂ ਹੈ ਜੋ ਤੁਹਾਨੂੰ ਮੈਸੇਜ ਸੈਂਡ ਕਰ ਰਿਹਾ ਹੈ, ਟੀਚਰ ਤੁਹਾਨੂੰ ਮੈਸੇਜ ਡਿਲੀਵਰ ਕਰ ਰਿਹਾ, ਲੈਕਚਰ ਡਿਲੀਵਰ ਕਰ ਰਿਹਾ, ਬਟ ਯੂ ਫੀਲ ਕਿ ਨਹੀਂ ਆਈ ਡੋਂਟ ਵਾਂਟ ਟੂ ਲਰਨ ਫਰੋਮ ਦਿਸ ਪਰਟੀਕੂਲਰ ਟੀਚਰ। ਉਹ ਟੀਚਰ ਜਿੰਨਾ ਮਰਜ਼ੀ ਅੱਛਾ ਪੜ੍ਹਾਈ ਜਾਏ, ਜਿੰਨੀਆਂ ਮਰਜ਼ੀ ਅੱਛੀਆਂ ਐਗਜ਼ਾਮਪਲਸ ਦੇ ਜਾਏ, ਤੁਸੀਂ ਬਿਲਕੁਲ ਵੀ ਉਹਨੂੰ ਕਮੈਂਟ ਦੇ ਵਿੱਚ ਰਿਪਲਾਈ ਨਹੀਂ ਕਰੋਗੇ, ਤੁਸੀਂ ਬਿਲਕੁਲ ਉਹਨੂੰ ਲਾਈਕ ਨਹੀਂ ਕਰੋਗੇ, ਤੁਸੀਂ ਬਿਲਕੁਲ ਉਹਨੂੰ ਸ਼ੇਅਰ ਨਹੀਂ ਕਰੋਗੇ। ਕਲੀਅਰ? ਇਸ ਲਈ ਜਦੋਂ ਡਿਸਟਰਸਟ ਕ੍ਰੀਏਟ ਹੋ ਜਾਂਦਾ ਆਪਣੀ ਸੈਂਡਰ ਦੇ ਪ੍ਰਤੀ, ਜੋ ਮੈਸੇਜ ਨੂੰ ਸੈਂਡ ਕਰ ਰਿਹਾ ਹੈ, ਤਾਂ ਤੁਸੀਂ ਉਹਨੂੰ ਨਹੀਂ ਸੁਣੋਗੇ। ਅਨਦਰ ਐਗਜ਼ਾਮਪਲ, ਤੁਸੀਂ ਆਪਣੇ ਫਰੈਂਡ ਨਾਲ ਲੜੇ ਹੋਏ ਹੋ ਤਾਂ ਜੋ ਮਰਜ਼ੀ ਗੱਲ ਤੁਹਾਨੂੰ ਪੋਜ਼ੀਟਿਵਲੀ ਕਹੇ ਤੁਸੀਂ ਉਸ ਗੱਲ ਨੂੰ ਐਕਸੈਪਟ ਨਹੀਂ ਕਰੋਗੇ। ਲੈਕ ਆਫ ਕਿਊਰੀਓਸਿਟੀ, ਤੁਸੀਂ ਜਾਣਨਾ ਹੀ ਨਹੀਂ ਚਾਹੁੰਦੇ, ਤੁਹਾਡੇ ਅੰਦਰ ਜਾਣਨ ਦੀ ਇੱਛਾ ਹੀ ਨਹੀਂ ਹੈ, ਯੂ ਆਰ ਨਾਟ ਕਿਊਰੀਅਸ ਟੂ ਨੋ। ਨੈਕਸਟ ਅਨਰਿਵਾਰਡਿੰਗ ਐਕਸਪੀਰੀਅੰਸ। ਅਨਰਿਵਾਰਡਿੰਗ ਮਤਲਬ ਤੁਸੀਂ ਉਸ ਚੀਜ਼ ਨੂੰ ਰਿਵਾਰਡ ਹੀ ਨਹੀਂ ਕਰ ਰਹੇ। ਮੈਂ ਹੁਣ ਤੁਹਾਨੂੰ ਇੰਨੀਆਂ ਵੀਡੀਓਜ਼ ਪਾ ਦਿੱਤੀਆਂ, ਜਸਟ ਟੈਲ ਮੀ, ਤੁਸੀਂ ਸੁਣੀਆਂ, ਬਿਲਕੁਲ ਸੁਣੀਆਂ, ਬਟ ਤੁਸੀਂ ਬਿਲਕੁਲ ਕਮੈਂਟ ਨਹੀਂ ਕੀਤਾ, ਤੁਸੀਂ ਲਾਈਕ ਨਹੀਂ ਕੀਤਾ, ਤੁਸੀਂ ਸ਼ੇਅਰ ਨਹੀਂ ਕੀਤੀਆਂ। ਦਿਸ ਇਜ਼ ਅਨਰਿਵਾਰਡਿੰਗ ਜੋ ਹੈ ਐਕਸਪੀਰੀਅੰਸ ਹੈ। ਤਾਂ ਇੱਕ ਦਿਨ ਆ ਕੇ ਮੈਂ ਵੀ ਥੱਕ ਗਈ ਕਿ ਨਹੀਂ ਬੱਚੇ ਤਾਂ ਦੇਖ ਹੀ ਨਹੀਂ ਰਹੇ, ਬੱਚੇ ਕਮੈਂਟ ਹੀ ਨਹੀਂ ਕਰ ਰਹੇ, ਆਈ ਐਮ ਨਾਟ ਗੋਇੰਗ ਟੂ ਸ਼ੇਅਰ ਐਨੀ ਵੀਡੀਓ। ਤਾਂ ਦਿਸ ਇਜ਼ ਆਲਸੋ ਅ ਬੈਰੀਅਰ ਟੂ ਕਮਿਊਨੀਕੇਸ਼ਨ। ਇਨ ਦ ਸੇਮ ਵੇ ਤੁਸੀਂ ਕਲਾਸ 'ਚੋਂ ਟੀਚਰ ਪੜ੍ਹਾ ਰਿਹਾ ਹੈ, ਤੁਸੀਂ ਬਿਲਕੁਲ ਵੀ ਕੋਈ ਫੇਸ ਇੰਪ੍ਰੈਸ਼ਨ ਦੇ ਕੇ ਜਾਂ ਹੈਡ ਨੋਟ ਕਰਕੇ ਜਾਂ ਤੁਸੀਂ ਯੈਸ ਨੋ ਕਰਕੇ ਰਿਪਲਾਈ ਨਹੀਂ ਕਰ ਰਹੇ ਹੋ ਜਾਂ ਰਾਈਟ ਨਹੀਂ ਕਰ ਰਹੇ ਹੋ ਜਾਂ ਬਲੈਕਬੋਰਡ ਵੱਲ ਨਹੀਂ ਦੇਖ ਰਹੇ ਹੋ, ਮੀਨਸ ਯੂ ਆਰ ਨਾਟ ਟੇਕਿੰਗ ਇੰਟਰਸਟ, ਤੁਹਾਡਾ ਇੰਟਰਸਟ ਹੀ ਨਹੀਂ ਹੈ। ਇਹ ਸਾਰੇ ਕੀ ਹੈ? ਬੈਰੀਅਰਸ ਹੈ ਇਨ ਕਮਿਊਨੀਕੇਸ਼ਨ। ਨੈਕਸਟ ਪਰਸਨਲ ਬੈਰੀਅਰ, ਇਟ ਇਨਵੋਲਵਸ ਲੈਕ ਆਫ ਕੌਨਫੀਡੈਂਸ। ਕਈ ਲੋਕਾਂ ਦੇ ਵਿੱਚ ਕੌਨਫੀਡੈਂਸ ਹੀ ਨਹੀਂ ਹੁੰਦਾ ਕਿ ਉਹ ਗੱਲ ਸੁਣ ਰਹੇ ਪਰ ਉਹ ਰਿਪਲਾਈ ਨਹੀਂ ਕਰ ਸਕਦੇ। ਲੈਕ ਆਫ ਟਾਈਮ, ਸਮਾਂ ਹੀ ਨਹੀਂ ਹੁੰਦਾ ਕਿਸੇ ਨਾਲ ਗੱਲ ਕਰਨ ਦਾ, ਉਹਦੀ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦਾ। ਦੈਨ ਡਿਫਰੈਂਸ ਇਨ ਟਾਕਿੰਗ ਐਂਡ ਸਪੀਡ, ਮਤਲਬ ਸਪੀਡ ਦੇ ਵਿੱਚ ਅਤੇ ਗੱਲ ਕਰਨ ਦੇ ਵਿੱਚ। ਲੈਕ ਆਫ ਐਬਿਲਿਟੀ ਟੂ ਕਮਿਊਨੀਕੇਟ, ਤੁਹਾਡੇ ਅੰਦਰ ਕਾਬਲੀਅਤ ਹੀ ਨਹੀਂ ਹੈ ਕਿ ਤੁਸੀਂ ਕਮਿਊਨੀਕੇਟ ਕਰ ਸਕੋ, ਆਪਣੀ ਗੱਲ ਨੂੰ ਕਿਸੇ ਦੇ ਅੱਗੇ ਰੱਖ ਸਕੋ ਅਤੇ ਸਾਹਮਣੇ ਵਾਲੇ ਦੀ ਗੱਲ ਸਮਝ ਸਕੋ। ਇਹ ਸਾਰੇ ਹੈ ਪਰਸਨਲ ਬੈਰੀਅਰ। ਨੈਕਸਟ ਹੈ ਬੱਚੇ ਫਿਜ਼ੀਓਲੋਜੀਕਲ ਬੈਰੀਅਰ। ਫਿਜ਼ੀਓਲੋਜੀਕਲ ਮਤਲਬ ਇਟਸ ਰਿਲੇਟਡ ਟੂ ਯੂਰ ਫਿਜ਼ੀਕ, ਤੁਹਾਡੇ ਫਿਜ਼ੀਕ ਨਾਲ ਰਿਲੇਟਡ ਹੈ, ਤੁਹਾਡੇ ਬੋਡੀ ਨਾਲ ਰਿਲੇਟਡ ਹੈ ਕਿ ਤੁਸੀਂ ਕਿੰਨੇ ਕੁ ਫਿੱਟ ਹੋ। ਕਈ ਇਹੋ ਜਿਹੀਆਂ ਪ੍ਰੋਬਲਮਸ ਹੈ ਕਈ ਬੱਚਿਆਂ ਨੂੰ ਹੁੰਦੀਆਂ, ਲਾਈਕ ਅਸੀਂ ਕਹਿ ਸਕਦੇ ਹਾਂ ਡੈਫ ਐਂਡ ਡੰਬ ਸਟੂਡੈਂਟ ਹੈ, ਉਹ ਸਹੀ ਤਰੀਕੇ ਨਾਲ ਸਮਝ ਨਹੀਂ ਪਾਉਂਦੇ,
ਅੰਡਰਸਟੈਂਡ ਨਹੀਂ ਕਰ ਸਕਦੇ, ਜਾਂ ਇੱਥੇ ਬਹੁਤ ਅੱਛੀ ਐਗਜ਼ਾਮਪਲ ਮੈਂ ਲਿਖਿਆ ਡਾਇਸਲੈਕਸੀਆ। ਤੁਸੀਂ ਤਾਰੇ ਜ਼ਮੀਨ ਪਰ ਮੂਵੀ ਦੇਖੀ ਹੋਏਗੀ ਬੱਚੇ, ਤਾਰੇ ਜ਼ਮੀਨ ਪਰ ਮੂਵੀ ਦੇਖੀ ਹੈ, ਉਹਦੇ ਵਿੱਚ ਇਹ ਪ੍ਰੋਬਲਮ ਹੈ ਬੱਚੇ ਨੂੰ, ਤਾਂ ਉਹਨੂੰ ਜਿੱਦਾਂ ਮਰਜ਼ੀ ਟੀਚਰ ਪੜ੍ਹਾਈ ਜਾ ਰਿਹਾ ਬਟ ਉਹਨੂੰ ਪੀ ਦਾ ਡੀ ਦਿਖ ਰਿਹਾ ਹੈ, ਡੀ ਦਾ ਬੀ ਦਿਖ ਰਿਹਾ ਹੈ, ਮਤਲਬ ਉਹਨੂੰ 9 ਦਾ ਉਲਟਾ ਦਿਖ ਰਿਹਾ ਹੈ, ਤਾਂ ਉਹ ਸਭ ਕੁਝ ਉਹਨੂੰ ਉਲਟਾ ਹੀ ਨਜ਼ਰ ਆ ਰਿਹਾ ਹੈ। ਤਾਂ ਮੀਨਸ ਹੀ ਇਜ਼ ਸਫਰਿੰਗ ਫਰੋਮ ਅ ਪ੍ਰੋਬਲਮ, ਤਾਂ ਉਹਨੂੰ ਇੱਕ ਡਿਫਰੈਂਟ ਟਾਈਪ ਆਫ ਕਮਿਊਨੀਕੇਸ਼ਨ ਦੀ ਜ਼ਰੂਰਤ ਹੈ। ਮੀਨਸ it includes unstable physical or mental condition। for example ਕਿਸੇ ਨੂੰ ਪ੍ਰੋਪਰ ਸੁਣਾਈ ਨਹੀਂ ਦਿੰਦਾ ਤਾਂ ਇੱਕ ਨਾਰਮਲ ਕਲਾਸ ਨਹੀਂ ਲਗਾ ਪਾਏਗਾ, ਤਾਂ ਉਹਦੇ ਲਈ ਟੀਚਰ ਨੂੰ ਡਿਫਰੈਂਟ ਐਫਰਟ ਕਰਨੇ ਪੈਣਗੇ ਸਮਝਾਉਣ ਦੇ ਲਈ। ਦੈਨ ਪੂਅਰ ਆਈਸਾਈਟ, ਬਲੈਕ ਬੋਰਡ ਨਹੀਂ ਦਿਖਦਾ, ਟੀਚਰ ਨੂੰ ਐਫਰਟ ਕਰਨਾ ਪਏਗਾ ਜਾਂ ਬੱਚਿਆਂ ਨੂੰ ਐਫਰਟ ਕਰਨਾ ਪਏਗਾ ਕਿ ਉਹ ਫਰੰਟ ਸੀਟਸ 'ਤੇ ਬੈਠੇ। ਇਲਨੈਸ ਹੈ, ਅਨਕੌਂਸ਼ੀਅਸਨੈਸ ਹੈ, ਡਾਇਸਲੈਕਸੀ ਹੈ, ਜਾਂ ਹੋਰ ਕਿੰਨੀਆਂ ਤਰ੍ਹਾਂ ਦੀ ਹੀ ਪ੍ਰੋਬਲਮ ਹੈ ਬੱਚਿਆਂ ਨੂੰ। ਕਈਆਂ ਨੂੰ ਗ੍ਰਾਫ ਸਮਝ ਨਹੀਂ ਆਉਂਦਾ ਹੁੰਦਾ, ਕਈਆਂ ਨੂੰ ਨੰਬਰ ਸਮਝ ਨਹੀਂ ਆਉਂਦੇ ਹੁੰਦੇ, ਨਿਊਰੋਲੋਜੀ ਦੀ ਪ੍ਰੋਬਲਮ ਹੈ, ਕਈਆਂ ਨੂੰ ਵਰਡਸ ਦੀ ਪ੍ਰੋਬਲਮ ਹੈ, ਕਈਆਂ ਨੂੰ ਕੈਲਕੂਲੇਸ਼ਨਸ ਦੀ ਪ੍ਰੋਬਲਮ ਹੈ, ਕਈਆਂ ਨੂੰ ਵਰਡਸ ਐਲਫਾਬੈਟਸ ਨੂੰ ਜੋੜ ਕੇ ਵਰਡਸ ਬਣਾਉਣ ਦੀ ਪ੍ਰੋਬਲਮ ਹੈ। ਤਾਂ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਕਰਕੇ ਕਮਿਊਨੀਕੇਸ਼ਨ ਇਫੈਕਟਿਵ ਨਹੀਂ ਹੋ ਸਕਦੀ। ਦੈਨ ਬੈਕਗਰਾਊਂਡ ਵੇਰੀਏਬਲਸ, ਬੈਕਗਰਾਊਂਡ ਮਤਲਬ ਤੁਹਾਡਾ ਕਲਚਰ ਕੀ ਹੈ, ਡਿਸਪੈਰਿਟੀ, ਪ੍ਰੀਵੀਅਸ ਨੌਲੇਜ ਕੀ ਹੈ, ਪ੍ਰੀਵੀਅਸ ਇਨਵਾਇਰਮੈਂਟ ਕੀ ਹੈ, ਇਹ ਸਭ ਅਫੈਕਟ ਕਰਦੇ ਆ ਤੁਹਾਡੀ ਜੋ ਹੈ ਕਮਿਊਨੀਕੇਸ਼ਨ 'ਤੇ। ਇਸ ਤੋਂ ਇਲਾਵਾ ਬੱਚੇ ਹੋਰ ਵੀ ਬਹੁਤ ਬੈਰੀਅਰਸ ਹੋ ਸਕਦੇ ਹੈ, ਯੂ ਕੈਨ ਐਡ ਅਕੋਰਡਿੰਗ ਟੂ ਯੋਰ ਕਪੈਸਿਟੀ, ਤੁਸੀਂ ਐਡ ਕਰ ਸਕਦੇ ਹੋ। Thus, we can say physical, language, psychological, personal, physiological and background variables can affect the effective communication। ये तुसी sum up जो है हमेशा हर क्वेश्चन दे नीचे हमेशा आई एम गोइंग टू राइट अगेन, sum up जो है तुसी हर क्वेश्चन दे नीचे 2-3 लाइन्स दे विच जरूर करना है। क्लियर? आई थिंक कि ये समझा पाई हाँ। तो अगला टॉपिक है कि मैथड्स ऑफ ओवरकमिंग बैरियर्स, इन्हां दे तुसी मेन हैडिंग्स बना सकते हो, मेन पॉइंट्स बना सकते हो तो एक्सप्लेन कर सकते हो। फॉलोइंग आर द किवें रिकॉर्ड रूल करिए। फर्स्ट ऑफ ऑल फॉलो द 7 C's ऑफ कम्युनिकेशन, जो असी पहले ही करके आ चुके हैं। 7 C's लाइक कंसाइज, कंक्रीट, कॉन्सनट्रेट, कर्चियस असी करके आ चुके हैं। वो 7 C's ਨੂੰ ਫੋਲੋ ਕਰੋਗੇ ਤਾਂ ਹਮੇਸ਼ਾ ਕਮਿਊਨੀਕੇਸ਼ਨ ਇਫੈਕਟਿਵ ਹੋਏਗੀ। ਦੈਨ ਮੇਕ ਪ੍ਰੋਪਰ ਸਿਟਿੰਗ ਅਰੇਂਜਮੈਂਟ, ਜਦੋਂ ਵੀ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਹੈ, ਚਾਹੇ ਟੀਚਰ ਨੇ ਸਟੂਡੈਂਟ ਨਾਲ ਕਰਨੀ ਹੈ, ਚਾਹੇ ਫਰੈਂਡ ਨੇ ਫਰੈਂਡ ਨਾਲ ਕਰਨੀ ਹੈ, ਚਾਹੇ ਮਦਰ ਨੇ ਆਪਣੇ ਬੱਚਿਆਂ ਨਾਲ ਕਰਨੀ ਹੈ, ਕਿਡਸ ਨਾਲ ਕਰਨੀ ਹੈ, ਤਾਂ ਜੋ ਸਿਟਿੰਗ ਅਰੇਂਜਮੈਂਟ ਹੈ, ਗੱਲ ਕਰਨ ਦਾ ਜਿਹੜਾ ਮਾਹੌਲ ਹੈ ਉਹ ਸਹੀ ਹੋਣਾ ਚਾਹੀਦਾ ਹੈ। ਮੀਨਸ ਫਿਜ਼ੀਕਲ ਬੈਰੀਅਰ ਕੋਈ ਨਹੀਂ ਹੋਣਾ ਚਾਹੀਦਾ। ਸੈਂਡਰ ਮਸਟ ਇੰਸ਼ੋਰ ऑडिबिलिटी एंड विजिबिलिटी, जो सैंडर है जो मैसेज भेज रहा है तो उसकी आवाज़ ऑडिबल मतलब सुनन योग होनी चाहिए है, और विजिबल जो लिख रहा है चाहे बोर्ड पर चाहे नोट्स दे रहा है तो विजिबल होनी चाहिए है। दैन इंश्योर एनवायरमेंट कंफर्ट, मतलब जो इन्वायरमेंट है वो कंफर्टेबल होवे, जे गर्मी है तो लाइट्स होन, पखे होन, सर्दी है तो उहदे अकॉर्डिंग जो माहौल होवे। दैन सेंडर मस्ट यूज सिंपल लैंग्वेज, सौखी तो सौखी भाषा वरतनी चाहिए है। दैन ऑडियो विजुअल एड्स शुड बी यूज टू कन्वे द मैसेज इन क्लासरूम। एड्स मतलब क्लासरूम ਦੇ ਵਿੱਚ ਅਸੀਂ ਬਲੈਕ ਬੋਰਡ ਯੂਜ਼ ਕਰਦੇ ਹਾਂ, ਉਸ ਤੋਂ ਇਲਾਵਾ LCD ਪ੍ਰੋਜੈਕਟਰ, ਸਮਾਰਟ ਕਲਾਸਰੂਮਸ ਹੈ, ਇੰਟਰੈਕਟਿਵ ਪੈਨਲਸ ਹੈ, ਓਵਰਹੈਡ ਪ੍ਰੋਜੈਕਟਰਸ ਹੈ, ਚਾਰਟਸ ਹੈ, ਗਲੋਬਸ ਹੈ, ਇਹ ਯੂਜ਼ ਕਰਨੀ ਚਾਹੀਦੀ ਹੈ ਤਾਂ ਕਿ ਕਮਿਊਨੀਕੇਸ਼ਨ ਅੱਛੇ ਤਰੀਕੇ ਨਾਲ ਹੋ ਸਕੇ। ਤਾਂ ਮੇਰੀ ਇਹ ਵੀਡੀਓ ਸ਼ੇਅਰ ਕਰਨਾ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਫਰੈਂਟ ਮੀਨ ਆਫ ਕਮਿਊਨੀਕੇਸ਼ਨ ਹੈ YouTube ਦੁਆਰਾ, ਤਾਂ ਕਿ ਤੁਸੀਂ ਕਿਸੇ ਟਾਈਮ ਵੀ ਬੈਠ ਕੇ ਸਮਝ ਸਕੋ। ਜੇ ਤੁਸੀਂ ਕਲਾਸ ਅਟੈਂਡ ਨਹੀਂ ਕਰ ਸਕੇ, ਘੱਟ ਅਟੈਂਡ ਕਰ ਸਕਦੇ ਹੋ, ਉਸ ਟਾਈਮ ਇਨਅਟੈਂਟਿਵ ਸੀ, ਕੋਈ ਹੋਰ ਪ੍ਰੋਬਲਮ ਸੀ ਤੁਹਾਨੂੰ, ਯੂ ਕੈਨ ਲਿਸਨ ਐਟ ਐਨੀ टाइम। नेक्स्ट क्लैरिटी ऑफ आइडिया जो है बहुत क्लियर होना चाहिए। दैन सेंडर मस्ट कॉल अटेंशन एंड मोटिवेट द लिसनर्स, जो सेंडर है अपनी लिसनर दी अटेंशन मतलब अपने वाल ध्यान लैके आवे
इस तरह नहीं है कि लिसनर हमेशा इधर उधर है, तो पूरा अटेंटिव रहना चाहिए लिसनर। मीनस क्लासरूम ਦੇ ਵਿੱਚ ਟੀਚਰ ਪੜ੍ਹਾ ਰਿਹਾ ਹੈ, ਜੇ ਬੱਚੇ ਇੱਧਰ ਉੱਧਰ ਦੇਖ ਰਹੇ ਹੈ ਤਾਂ ਟੀਚਰ ਮਸਟ ਪੁਆਇੰਟ ਆਊਟ ਕਿ ਬੱਚੇ ਤੁਸੀਂ ਧਿਆਨ ਨਾਲ ਸੁਣੋ। ਨੈਕਸਟ, ਪਰਪਸ ਆਫ ਕਮਿਊਨੀਕੇਸ਼ਨ ਸ਼ੁੱਡ ਬੀ ਕਲੀਅਰ ਟੂ ਸੈਂਡਰ ਐਂਡ ਰਿਸੀਵਰ। ਕਿਉਂ ਕਮਿਊਨੀਕੇਸ਼ਨ ਚੱਲ ਰਹੀ ਹੈ, ਉਹਨਾਂ ਦਾ ਜੋ ਪਰਪਸ ਹੈ ਉਹਨਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ, ਮੈਸੇਜ ਭੇਜਣ ਵਾਲੇ ਨੂੰ ਵੀ ਤੇ ਰਿਸੀਵ ਕਰਨ ਵਾਲੇ ਨੂੰ। ਦੈਨ ਟੂ ਵੇ ਕਮਿਊਨੀਕੇਸ਼ਨ ਸ਼ੁੱਡ ਬੀ ਡਨ, ਮਤਲਬ ਸਮੇਂ-ਸਮੇਂ 'ਤੇ ਬੱਚਿਆਂ ਤੋਂ ਫੀਡਬੈਕ ਲੈਣੀ ਜ਼ਰੂਰੀ ਹੈ ਕਿ ਕੀ ਸਟੂਡੈਂਟ ਸੁਣ ਰਹੇ ਹੈ ਕਿ ਨਹੀਂ ਸੁਣ ਰਹੇ, ਤਾਂ ਉਹਦੇ ਨਾਲ ਜੋ ਕਮਿਊਨੀਕੇਸ਼ਨ ਇਫੈਕਟਿਵ ਹੋਏਗੀ ਤਾਂ ਬੱਚੇ ਅਟੈਂਟਿਵ ਵੀ ਰਹਿਣਗੇ, ਜਾਂ ਕੋਈ ਵੀ ਲਿਸਨਰ ਹੈ ਉਹ ਅਟੈਂਟਿਵ ਰਹੇਗਾ। ਦੈਨ ਯੂਜ਼ ਆਫ ਐਪਰੋਪ੍ਰੀਏਟ ਲੈਂਗੁਏਜ, ਐਪਰੋਪ੍ਰੀਏਟ ਮਤਲਬ ਢੁਕਵੀਂ ਭਾਸ਼ਾ ਜਿਹੜੀ ਸਮਝ ਦੇ ਵਿੱਚ ਆਵੇ, ਭੇਜਣ ਵਾਲੇ ਨੂੰ ਵੀ, ਸਮਝਣ ਵਾਲੇ ਨੂੰ ਵੀ, ਸੁਣਨ ਵਾਲੇ ਨੂੰ ਵੀ। ਦੈਨ ਗੁੱਡ ਲਿਸਨਿੰਗ, ਜੋ ਲਿਸਨਰ ਹੈ ਉਹ ਗੁੱਡ ਲਿਸਨਰ ਹੋਣਾ ਚਾਹੀਦਾ ਹੈ, ਉਹ ਬਹੁਤ ਅਟੈਂਟਿਵਲੀ, ਬਹੁਤ ਪੇਸ਼ੈਂਸ ਨਾਲ ਜੋ ਹੈ ਸਪੀਕਰ ਨੂੰ ਸੁਣੇ। ਅਟੈਂਟਿਵ ਹੋਣਾ ਚਾਹੀਦਾ ਹੈ, ਜੋ ਇੱਕ ਚੰਗਾ ਲਿਸਨਰ ਹੈ ਉਹ ਕੀ ਹੋਏਗਾ, ਅਟੈਂਟਿਵ ਹੋਏਗਾ, ਅਲਰਟ ਹੋਏਗਾ, ਫੀਡਬੈਕ ਦੇਗਾ। क्लियर, जो एक चंगा लिसनर है वो फीडबैक देगा तो बहुत ज़्यादा अपनी फेशियल एक्सप्रैशन यूज़ करेगा वाइल रिसीविंग द मैसेज। सो आई होप कि दिस टॉपिक इज़ क्लियर टू यू, वेरी इंपॉर्टेंट फॉर कोई भी बच्चे तुसी कॉम्पीटिटिव एग्जाम देंदे हो, जो कम्युनिकेशन का टॉपिक है, चाहे इन फ्यूचर कोई भी एग्जाम दोगे, चाहे बैंक का दोगे, चाहे तुसी क्लर्क का टेस्ट देना है, चाहे किसी भी कॉम्पीटिटिव एग्जाम के अपीयर हो गए, कम्युनिकेशन बेटा हर जगह पर है एंड क्वेश्चन फ्रॉम कम्युनिकेशन विल डेफिनेटली कम। सो प्लीज़ इसनों सिर्फ मार्क्स लैन लई नहीं पढ़ना, स्टडी इट थॉरली, चंगी तरह पढ़ना है, जिस भी सोर्स तो पढ़ सकते हो, अच्छे तरीके नाल पढ़ना है सो दैट इन फ्यूचर कभी भी एग्जाम दे विच बैठो तो चंगे मार्क्स लै सको। थैंक यू, गॉड ब्लैस यू, प्लीज़ कीप वॉचिंग, थैंक यू।